ਇਹੋ ਹੀ ਅਸੀਂ ਬੇਨਤੀ ਕੀਤੀ ਸੀ ਕਿ ਜਿਹੜੀਆਂ ਕਾਲੀਆਂ ਭੇਡਾਂ ਨੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਇਹ ਅਕਾਲੀ ਦਲ ਦੇ ਜਿਹੜੇ ਬੰਦੇ ਆ, ਅਕਾਲੀ ਦਲ ਦੇ ਵਰਕਰ ਕਹਿ ਲਓ, ਅਹੁਦੇਦਾਰ ਸਾਹਿਬਾਨ ਕਹਿ ਲਓ, ਇਹ ਅਜੇ ਵੀ ਆਪਣੀਆਂ ਕੋਝੀਆਂ ਹਰਕਤਾਂ ਤੋਂ ਜਿਹੜੇ ਬਾਜ ਨਹੀਂ ਆਉਂਦੇ ਕਿ ਇਹ ਜੱਸੀ ਉਹ ਆ। ਚਾਹੇ ਇਹਦੇ ਇਲਾਕੇ ਵਾਲਿਆਂ ਤੋਂ ਪਤਾ ਕਰ ਲਓ, ਪਿੰਡ ਵਾਲਿਆਂ ਤੋਂ ਪਤਾ ਕਰ ਲਓ ਕਿ ਇਹਨੇ ਲੋਕਾਂ ਦੀਆਂ ਜਿਹੜੀਆਂ ਸਾਡੇ ਭਰਾਵਾਂ ਦੀਆਂ ਕਮੇਟੀਆਂ, ਭੈਣਾਂ ਦੀਆਂ ਕਮੇਟੀਆਂ ਪਵਾਈਆਂ, ਉਹਨਾਂ ਨੇ ਪੈਸੇ ਜੋੜ ਕਮੇਟੀਆਂ ਪਾਈਆਂ ਤੇ ਇਹ ਉਹ ਵੀ ਪੈਸੇ ਖਾ ਗਈ। ਜਦੋਂ ਪਹਿਲਾਂ ਸਰਕਾਰ ਸੀ ਅਕਾਲੀ ਦਲ ਦੀ ਤੇ ਇਹਨਾਂ ਨੇ ਕੀ ਕਰਨਾ, ਕੋਈ ਨਸ਼ੇ ਵਾਲਾ ਫੜਿਆ ਜਾਣਾ ਤੇ ਆਪ ਆ ਕੇ ਜਾਂ ਫੋਨ ਕਰਕੇ ਉਹਨੂੰ ਛੁਡਾ ਲੈਣਾ। ਵਿਧਾਨ ਸਭਾ ਹਲਕਾ ਪੱਟੀ ਦੇ ਨਜ਼ਦੀਕੀ ਪਿੰਡ ਚੰਬਲ, ਜਿੱਥੇ ਕਿ STF ਵੱਲੋਂ ਰੇਡ ਕੀਤਾ ਗਿਆ ਸੀ, ਤਾਂ ਰੇਡ ਦੇ ਦੌਰਾਨ ਜਸਵਿੰਦਰ ਕੌਰ ਜਿਹੜੀ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਜਨਰਲ ਸਕੱਤਰ ਵਜੋਂ ਅਹੁਦੇ 'ਤੇ ਤੈਨਾਤ ਸੀ, ਜੋ ਉਹਨਾਂ ਦੇ ਪਰਿਵਾਰ ਨੇ ਵੀ ਦੱਸਿਆ ਸੀ। ਪਰ ਹੁਣ ਜਿਸ ਤਰ੍ਹਾਂ ਕਿ ਇਨਵੈਸਟੀਗੇਸ਼ਨ ਹੋਈ ਤਾਂ ਉਹਨਾਂ ਦੀ ਲੜਕੀ ਜਿਹੜੀ ਆ ਗੁਰਜਿੰਦਰ ਕੌਰ ਉਰਫ ਗੋਪੀ ਨੂੰ ਜਿਹੜਾ ਕਿ ਪੁਲਿਸ ਤੋਂ ਬਰਖਾਸਤ ਕੀਤਾ ਗਿਆ। ਸਾਡੇ ਨਾਲ ਮੌਜੂਦ ਨੇ ਹਰਮਨ ਸੇਖੋਂ, ਜੋ ਪੱਟੀ ਸ਼ਹਿਰ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ। ਗੱਲਬਾਤ ਕਰਾਂਗੇ ਜੋ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਵਾਸਤੇ ਬੁਲਾਇਆ। ਇਹ ਸਰ, ਤੁਹਾਡਾ D5 ਚੈਨਲ ਪੰਜਾਬੀ 'ਤੇ ਸਵਾਗਤ ਹੈ। ਕਿਸ ਤਰ੍ਹਾਂ ਜਿਹੜੀ ਆ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਜੋ, ਉਹਦਾ ਕੀ ਪਰਪਸ ਹੈ? ਇਹ ਭਾਜੀ ਐਕਚੁਅਲ 'ਚ ਜਿਹੜੀ ਆ ਪਿਛਲੇ ਦਿਨੀ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਹੋਈ ਜੀ। ਇਹ ਜਿਹੜਾ ਬੜਾ ਹੀ ਗੰਭੀਰ ਮਸਲਾ ਜੀ, ਜਿਨ੍ਹਾਂ ਨਾਲ ਸਾਡੇ ਨੌਜਵਾਨ ਭਰਾਵਾਂ ਦੀਆਂ ਜ਼ਿੰਦਗੀਆਂ ਬਰਬਾਦ ਹੋਈਆਂ। ਜਿਹੜਾ ਅਕਾਲੀ ਦਲ ਦਾ ਇਹਨਾਂ ਪਹਿਲਾਂ ਦਾ ਇਹ ਲਾਇਆ ਹੋਇਆ ਬੂਟਾ, ਜਿਹੜੀ ਇਹਨਾਂ ਨੂੰ ਆਦਤ ਪਈ ਹੈ, ਜਿਹੜਾ ਇਹਨਾਂ ਦਾ ਜਿਹੜਾ ਮੂੰਹ ਨੂੰ ਜਿਹੜਾ ਲਹੂ ਲੱਗਾ ਵਾ, ਉਸ ਦੇ ਬਾਵਜੂਦ ਉਸ ਤੋਂ ਬਾਅਦ ਸਾਡੇ ਮਾਣਯੋਗ CM ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਦਾ, ਜਿਨ੍ਹਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਖਤਾਈ ਕੀਤੀ। ਇਸ ਦੇ ਬਾਵਜੂਦ ਇਹੋ ਜਿਹੇ ਮਗਰਮੱਛ ਜਿਹੜੇ ਕਦੀ ਫੜੇ ਨਹੀਂ ਜਾ ਸਕਦੇ, ਜਿਨ੍ਹਾਂ ਨੂੰ ਮੈਂ ਕਹਿੰਦਾ ਕਿ ਪੁਲਿਸ ਪ੍ਰਸ਼ਾਸਨ ਦੇ ਵਿੱਚੋਂ ਹੀ ਸ਼ਹਿ ਸੀ। ਜਿਵੇਂ ਕਿ ਆਪਾਂ ਗੱਲ ਕੀਤੀ ਕਿ ਜਿਹੜੀ ਉਹਨਾਂ ਦੀ ਬੇਟੀ ਸੀ, ਜਿਹੜੀ ਜਸਵਿੰਦਰ ਕੌਰ ਜੱਸੀ ਆ, ਜਿਹਨੂੰ ਆਪਾਂ ਆਲਰਾਊਂਡਰ ਕਿਹਾ ਹੈ, ਕਿ ਜਿਹਦੇ ਉੱਤੇ ਹਰੇਕ ਤਰ੍ਹਾਂ ਦੇ ਪਰਚੇ ਦਰਜ ਨੇ, ਚਾਹੇ ਲੜਾਈ ਝਗੜੇ ਦਾ ਪਰਚਾ ਹੋਵੇ, ਇਰਾਦਾ ਕਤਲ ਦਾ, ਚਾਹੇ ਡੌਰੀ ਦਾ, ਚਾਹੇ ਨਾਰਕੋਟਿਕਸ ਦਾ, ਤੇ ਚਾਹੇ ਹੁਣ ਅਖੀਰ ਦੇ ਵਿੱਚ ਜਿਹੜਾ ਹੈਰੋਇਨ ਦਾ ਪਰਚਾ ਦਰਜ ਹੋਇਆ 1.25 ਕਿਲੋ ਦਾ। ਬੜੀ ਵੱਡੀ ਗੱਲ ਆ। ਤੇ ਉਸ ਦੀ ਜਿਹੜੀ ਬੇਟੀ ਆ, ਜਿਹੜੀ ਨਾਮੁਨਕਰ ਹੋ ਰਹੀ ਕਿ ਮੇਰਾ ਕੋਈ ਇਲਾਕਾ ਦੇਖਾ ਨਹੀਂ, ਜਿਹੜੀ ਇੱਕ ਪੁਲਿਸ ਦੇ ਵਿੱਚ ਇੱਕ ਐਜ਼ ਏ ਕਾਂਸਟੇਬਲ ਚੋਲਾ ਸਾਹਿਬ ਵਿਖੇ ਜਿਹੜੀ ਆਪਣੀ ਨੌਕਰੀ ਤੇ ਤਾਇਨਾਤ ਸੀ। ਆਹ ਦੇਖੋ ਜੀ, ਉਸ ਦੀ ਫੋਟੋ ਆ ਜੀ, ਗੁਰਜਿੰਦਰ ਕੌਰ ਗੋਪੀ ਦੀ। ਠੀਕ ਹੈ ਜੀ। ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਹੈ ਜੀ ਸਾਡਾ ਇਹੋ ਹੀ ਆ ਕਿ ਆਹ ਦੇਖੋ, ਆਹ ਫੇਸਬੁੱਕ ਤੇ ਉਹਦੀਆਂ ਫੋਟੋਆਂ ਨੇ ਜੀ, ਆਪਣੀ ਬੇਬੇ ਨੂੰ ਜਿਹੜੇ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੀ ਆ। ਤੇ ਇੱਕ ਪਾਸੇ ਕਹਿੰਦੀ ਕਿ ਮੈਨੂੰ ਅੱਜ ਤੱਕ ਪਤਾ ਹੀ ਨਹੀਂ ਕਿ ਉਸ ਦੇ ਉੱਤੇ ਕੋਈ ਜਿਹੜੀ ਉਹਦੀ ਮਦਰ ਆ, ਉਹਦੇ ਉੱਤੇ ਕੋਈ ਪਰਚਾ ਵੀ ਦਰਜ ਆ। ਇਹ ਤੇ ਜਦੋਂ ਜੱਗ ਜ਼ਾਹਿਰ ਆ, ਸਾਰੇ ਲੋਕਾਂ ਨੂੰ ਪਤਾ ਕਿ ਉਹਦੇ ਉੱਤੇ ਕਿੰਨੇ ਪਰਚੇ ਦਰਜ ਨੇ, ਪਿੰਡ ਵਾਲਿਆਂ ਨੂੰ ਪਤਾ, ਆਸੇ-ਪਾਸੇ ਇਲਾਕੇ ਵਾਲਿਆਂ ਨੂੰ ਪਤਾ ਵਾ, ਤੇ ਉਹਨੂੰ ਕਿਉਂ ਨਾ ਪਤਾ ਹੋਵੇ। ਪਰ ਜਿਸ ਤਰ੍ਹਾਂ ਕਿ ਵੇਖਣ ਨੂੰ ਮਿਲਿਆ, ਜੇ ਪਤਾ ਲੱਗ ਗਿਆ ਤੇ ਤਰਨਤਾਰਨ ਪੁਲਿਸ ਜਾਂ STF ਵੱਲੋਂ ਜੋ ਇਨਵੈਸਟੀਗੇਸ਼ਨ ਭੇਜੀ ਗਈ, ਉਹਨਾਂ ਨੂੰ ਨੌਕਰੀ ਬਰਖਾਸਤ ਕਰ ਦਿੱਤਾ ਗਿਆ। ਤੁਸੀਂ ਇਸ ਚੀਜ਼ ਨੂੰ ਕੀ ਮੰਨਦੇ? ਦੇਖੋ ਜੀ, ਉਸ ਦਿਨ ਵੀ ਇਹੋ ਹੀ ਅਸੀਂ ਬੇਨਤੀ ਕੀਤੀ ਸੀ ਕਿ ਜਿਹੜੀਆਂ ਕਾਲੀਆਂ ਭੇਡਾਂ ਨੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਮਾਣਯੋਗ CM ਸਾਹਿਬ ਦਾ, ਕੈਪਟਨ ਅਮਰਿੰਦਰ ਸਿੰਘ ਜੀ ਦਾ, ਮਾਣਯੋਗ DGP ਸਾਹਿਬ ਦਾ ਦਿਨਕਰ ਗੁਪਤਾ ਜੀ ਦਾ, ਸਾਡੇ SSP ਸਾਹਿਬ ਨਿੰਬਲੇ ਜੀ ਦਾ। ਇਸ ਦੇ ਨਾਲ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਭ ਤੋਂ ਜ਼ਿਆਦਾ ਸਾਡੇ ਮਾਣਯੋਗ MLA ਸਾਹਿਬ ਸਰਦਾਰ ਹਰਮਿੰਦਰ ਸਿੰਘ ਗਿੱਲ ਜੀ ਦਾ, ਜਿਨ੍ਹਾਂ ਨੇ ਸਖਤੀ ਦੇ ਨਾਲ ਜਿਹੜਾ ਨਸ਼ੇ ਦੇ ਉੱਤੇ, ਜਿਹੜਾ ਹੈਰੋਇਨ ਜਿਹੜੀ ਤਸਕਰੀ ਕਰਦੇ ਨੇ, ਵੀ ਉਹਦੇ ਉੱਤੇ ਇੰਨਾ ਵੱਡੇ ਜਿਹੜੇ ਸਟੈਪ ਪੁੱਟਿਆ ਤਾਂ ਕਿ ਇੱਥੋਂ ਦੇ ਜਿਹੜੇ ਸਾਡੇ ਨੌਜਵਾਨ ਆ ਉਹ ਬਚ ਸਕਣ। ਬਚ ਕੇ ਜਿਹੜਾ ਪੱਟੀ ਇਲਾਕਾ ਵਾ, ਜਿਹੜਾ ਇੱਕ ਇਲਾਕਾ ਪਹਿਲਾਂ ਮੰਨਿਆ ਜਾਂਦਾ ਸੀ ਕਿ ਜਦੋਂ ਇਹਦਾ ਕਿਤੇ ਬਾਹਰ ਜਾ ਕੇ ਨਾਂ ਲੈਣਾ ਤੇ ਉਹਨਾਂ ਨੇ ਦੂਰੇ ਕਹਿਣਾ ਵੀ ਨਹੀਂ ਤੁਸੀਂ, ਤੇ ਇੱਕ ਹੋਰ ਹੀ ਇਹਦੀ ਪਰਸੈਪਸ਼ਨ ਬੜੀ ਗਲਤ ਮੰਨੀ ਜਾਂਦੀ ਸੀ ਕਿ ਡਿਫਾਲਟਰ ਜੀ ਟਾਈਪ ਸਿਸਟਮ ਜਾਂ ਇਲਾਕਾ ਮੰਨਿਆ ਜਾਂਦਾ ਸੀ। ਬਟ ਗਿੱਲ ਸਾਹਿਬ ਨੇ ਇੱਕ ਐਗਜ਼ਾਮਪਲ ਪੈਦਾ ਕੀਤੀ। ਇੱਥੇ ਉਹ ਲਾਅ ਯੂਨੀਵਰਸਿਟੀ ਲੈ ਕੇ ਆਏ। ਇਸ ਦੇ ਨਾਲ ਕਾਲਜਿਸ, ਸਕੂਲਸ ਦੇ ਵਿੱਚ ਉਹਨਾਂ ਨੇ ਸਮਾਰਟ ਸਕੂਲ ਬਣਾਏ। ਉਹਦੇ ਵਿੱਚ ਉਹਨਾਂ ਦਾ ਜਿਹੜਾ ਪਰਸਨਲ ਬੜੇ ਵੱਡੇ ਪੱਧਰ ਦੇ ਉੱਤੇ ਇੰਟਰਸਟ ਆ। ਫਿਰ ਇਲਾਕੇ ਦੇ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਤੁਸੀਂ ਵੇਖੋ, ਸੀਚੇਵਾਲ ਮਾਡਲ ਦੇ ਅਧੀਨ ਉਹ ਕੰਮ ਸ਼ਹਿਰਾਂ ਦੇ ਵਿੱਚ ਨਹੀਂ ਹੁੰਦਾ ਜਿਹੜਾ ਗਿੱਲ ਸਾਹਿਬ ਨੇ ਪਿੰਡਾਂ ਦੇ ਵਿੱਚ ਕਰਕੇ ਵਿਖਾਇਆ। ਇੱਕ ਪਾਸੇ ਤੇ ਵਿਕਾਸ ਦੀਆਂ ਹਨੇਰੀਆਂ ਝੁੱਲੀਆਂ ਪਈਆਂ ਨੇ, ਹਨੇਰੀਆਂ ਆਈਆਂ ਪਈਆਂ ਪੱਟੀ ਇਲਾਕੇ ਦੇ ਵਿੱਚ, ਤੇ ਦੂਜੇ ਪਾਸੇ ਇਹ ਅਕਾਲੀ ਦਲ ਦੇ ਜਿਹੜੇ ਬੰਦੇ ਆ, ਅਕਾਲੀ ਦਲ ਦੇ ਵਰਕਰ ਕਹਿ ਲਓ, ਅਹੁਦੇਦਾਰ ਸਾਹਿਬਾਨ ਕਹਿ ਲਓ, ਇਹ ਅਜੇ ਵੀ ਆਪਣੀਆਂ ਕੋਝੀਆਂ ਹਰਕਤਾਂ ਤੋਂ ਜਿਹੜੇ ਬਾਜ ਨਹੀਂ ਆਉਂਦੇ। ਇਹਨਾਂ ਨੂੰ ਆਦਤਾਂ ਪਈਆਂ ਪੁਰਾਣੀਆਂ। ਪਹਿਲਾਂ ਇਹਨਾਂ ਨੇ ਨਸ਼ਾ ਜਿਹੜਾ ਵਾ ਆਪਣੀਆਂ ਸਰਕਾਰਾਂ ਦੇ ਵਿੱਚ ਇਹਨਾਂ ਨੇ ਬੇਹੱਦ ਨਸ਼ਾ ਵੇਚਿਆ। ਤੇ ਮੈਂ ਇਹ ਵੀ ਗੱਲ ਕਰਨੀ ਚਾਹੂੰਗਾ ਕਿ ਇਹ ਜੱਸੀ ਉਹ ਆ, ਚਾਹੇ ਇਹਦੇ ਇਲਾਕੇ ਵਾਲਿਆਂ ਤੋਂ ਪਤਾ ਕਰ ਲਓ, ਪਿੰਡ ਵਾਲਿਆਂ ਤੋਂ ਪਤਾ ਕਰ ਲਓ, ਕਿ ਇਹਨੇ ਲੋਕਾਂ ਦੀਆਂ ਜਿਹੜੀਆਂ ਸਾਡੇ ਭਰਾਵਾਂ ਦੀਆਂ ਕਮੇਟੀਆਂ, ਭੈਣਾਂ ਦੀਆਂ ਕਮੇਟੀਆਂ ਪਵਾਈਆਂ, ਉਹਨਾਂ ਨੇ ਪੈਸੇ ਜੋੜ ਕਮੇਟੀਆਂ ਪਾਈਆਂ ਤੇ ਇਹ ਉਹ ਵੀ ਪੈਸੇ ਖਾ ਗਈ। ਤੇ ਇਹਦੇ ਕੋਲ ਇੱਕੋ ਦਮ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਐਡਾ ਵੱਡਾ ਆਲੀਸ਼ਾਨ ਜਿਹੜਾ ਇਹਦਾ ਬੰਗਲਾ ਵਾ। ਆ ਦੇਖੋ ਜੀ,
ਆਹ ਬੰਗਲਾ ਇਹਦਾ ਕਿੱਥੋਂ ਬਣਿਆ, ਇਸ ਦੇ ਉੱਤੇ ਵੀ ਪ੍ਰੋਪਰ ਮੈਂ ਫੇਰ ਕਹਿਣਾ ਚਾਹੂੰਗਾ, ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵਾਂ, ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵਾਂ ਕਿ ਇਸ ਦੇ ਉੱਤੇ ਵੀ ਇਨਕੁਆਇਰੀ ਕਰਨੀ ਬਣਦੀ ਵੀ ਹੈ ਤੇ ਇਨਕੁਆਇਰੀ ਚਾਹੀਦੀ ਹੈ ਕਿ ਇੰਨੀ ਪ੍ਰਾਪਰਟੀ, ਇਸ ਦੇ ਨਾਲ ਨਾਲ ਜਿਹੜਾ ਇਹਨੇ ਫਿਲਮਾਂ ਦੇ ਵਿੱਚ 2 ਕਰੋੜ ਰੁਪਇਆ ਇਨਵੈਸਟ ਕੀਤਾ, ਉਹ ਪੈਸਾ ਕਿੱਥੋਂ ਆਇਆ। ਇੱਕ ਪਾਸੇ ਤੇ ਅਸੀਂ ਕਮੇਟੀਆਂ ਖਾਣ ਤੇ ਹੋਏ ਆ ਲੋਕਾਂ ਦੀਆਂ, ਜਿਹੜੀ ਹੱਕ ਸੱਚ ਦੀ ਕਮਾਈ ਆ ਉਹ ਖਾਣ ਤੇ ਤੁਲੇ ਆ, ਤੇ ਦੂਜੇ ਪਾਸੇ ਸਾਡੇ ਕੋਲ ਕਿੱਥੋਂ ਪੈਸਾ ਆਇਆ ਵੀ ਅਸੀਂ ਇੰਨੇ ਵੱਡੇ ਅਲੀਸ਼ਾਨ ਬੰਗਲੇ, ਫਿਰ ਇਸ ਦੇ ਨਾਲ ਨਾਲ ਸਾਡੇ ਕੋਲ ਵੱਡੀਆਂ ਗੱਡੀਆਂ। ਠੀਕ ਹੈ ਜੀ, ਨਾਰਮਲ ਤੌਰ ਤੇ ਮੈਂ ਨਹੀਂ ਕਹਿੰਦਾ ਵੀ ਜਿਹਦੇ ਕੋਲ 1-2 ਕਿੱਲੇ ਜ਼ਮੀਨ ਆ ਉਹ ਸੋਰਸ ਆਫ ਇਨਕਮ, ਜਾਂ ਉਹਦੀ ਜਿਹੜੀ ਬੇਟੀ ਆ ਉਹ ਇੱਕ ਜੌਬ ਕਰ ਰਹੀ ਸੀ, ਪੁਲਿਸ ਦੇ ਵਿੱਚ ਤਾਇਨਾਤ ਸੀ ਐਜ਼ ਅ ਕਾਂਸਟੇਬਲ, ਵੀ ਉਹ ਇੰਨੀਆਂ ਵੱਡੀਆਂ ਗੱਡੀਆਂ ਲਵੇ। ਮੈਂ ਤੇ ਇਹ ਸਮਝਦਾ ਨਹੀਂ ਹੈ ਵੀ ਇੰਨੀ ਜਲਦੀ ਇੰਨੀ ਵੱਡੀ ਤਰੱਕੀ ਕਿਵੇਂ ਹੋ ਸਕਦੀ ਆ। ਇਹ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਆ। ਇਸ ਦੇ ਨਾਲ ਨਾਲ ਇੱਕ ਚਾਨਣ ਸਿੰਘ ਜਿਹੜਾ ਐਜ਼ ASI ਪੁਲਿਸ ਦੇ ਵਿੱਚ ਅਜੇ ਵੀ ਤਾਇਨਾਤ ਆ, ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਉੱਤੇ, ਉਸ ਦੇ ਉੱਤੇ ਵੀ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੀਆਂ ਉਹਦੇ ਨਾਲ, ਇਸ ਦੀ ਕੁੜੀ ਦੇ ਨਾਲ ਜਾਂ ਜੱਸੀ ਦੇ ਨਾਲ ਜਿਹੜੇ ਬੜੇ ਨੇੜਲੇ ਸੰਬੰਧ ਸੀ, ਲਿੰਕ ਸੀ, ਕਿ ਉਹਦਾ ਵੀ ਵੱਡੇ ਪੱਧਰ ਦੇ ਉੱਤੇ ਹੱਥ ਆ। ਇਸ ਦੇ ਨਾਲ ਨਾਲ ਜਿਹੜੀਆਂ ਇਹਨਾਂ ਦੀਆਂ ਰਿਕਾਰਡਸ ਉਹ ਕਢਾਈਆਂ ਜਾਣ ਕਿ ਹੋਰ ਵੀ ਜਿਹੜੇ ਬੜੇ ਬੰਦੇ ਆ ਉਹ ਇਸ ਦੇ ਟੱਚ ਦੇ ਵਿੱਚ ਨੇ, ਉਹ ਵੀ ਇਸ ਰੈਕਟ ਦੇ ਵਿੱਚ ਜ਼ਰੂਰ ਆਉਣਗੇ, ਪਤਾ ਲੱਗੂਗਾ। ਇਹ ਸਭ ਕੁਝ ਤੇ ਜਦੋਂ ਰਿਮਾਂਡ ਦੇ ਉੱਤੇ ਲਿਆ ਗਿਆ, ਉਸ ਤੋਂ ਬਾਅਦ ਜਿਹੜੀ ਜਾਂਚ ਹੋਈ ਤੇ ਇਹਨਾਂ ਕੁੜੀ ਨੂੰ ਜਿਹੜਾ ਹੁਣ ਤਾਂ ਕਰਕੇ ਨੌਕਰੀ ਤੋਂ ਬਰਖਾਸਤ ਕੀਤਾ ਵਾ, ਇਸ ਦੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਜੇਕਰ ਐਦਾਂ ਹੀ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹੜੀਆਂ ਇਹੋ ਕਾਲੀਆਂ ਭੇਡਾਂ ਜਦੋਂ ਐਦਾਂ ਬਰਖਾਸਤ ਕੀਤਾ ਜਾਵੇਗਾ, ਡਿਸਮਿਸ ਕੀਤਾ ਜਾਊ, ਤੇ ਫੇਰ ਹੀ ਨੱਥ ਪੈਣੀ ਆ, ਫੇਰ ਹੀ ਪਤਾ ਲੱਗੂ ਇਹਨਾਂ ਦੇ ਵਿੱਚ ਡਰ ਪੈਦਾ ਹੋਣਾ। ਸੋ ਇਹ ਤੇ ਚੀਜ਼ਾਂ ਤੁਸੀਂ ਦੱਸੀਆਂ ਤੋਂ ਦਿਖਾ ਰਹੇ ਜੋ ਫੋਟੋਆਂ ਜ਼ਰੀਏ ਸਾਰਾ ਕੁਝ, ਪਰ ਜਿਸ ਤਰ੍ਹਾਂ ਕਿ ਕਾਫੀ ਜਿਸ ਤਰ੍ਹਾਂ ਵੇਖੋ ਨਸ਼ਾ, ਹਰ ਕੋਈ ਪਾਰਟੀ ਕਹਿੰਦੀ ਆ ਕਿ ਜਿਹੜਾ ਨਸ਼ਾ ਵਾ ਉਹ ਜ਼ਿਆਦਾ ਮਤਲਬ ਕਿ ਹੋਣਾ ਹੀ ਨਹੀਂ ਚਾਹੀਦਾ, ਕਿ ਨੌਜਵਾਨ ਮਰਨ ਦੇ ਨੇ, ਤੇ ਤੁਹਾਡਾ ਕੀ ਇਹ ਮੰਨਣਾ ਕਿ ਇਸ ਚੀਜ਼ ਦੇ ਵਿੱਚ ਕੋਈ ਰਾਜਨੀਤੀਆਂ ਵੀ ਚੱਲ ਜਾਂਦੀਆਂ? ਵੇਖੋ ਜੀ, ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਹੁਣ ਦੀ ਗੱਲ ਕਰੀਏ, ਇੱਕ ਦੇ ਪਾਸੇ ਆਈ ਮਹਾਂਮਾਰੀ ਕਰੋਨਾ ਮਹਾਂਮਾਰੀ ਕੁਦਰਤੀ ਕਰੋਪੀ ਆ ਜੀ, ਉਸ ਤੋਂ ਅਸੀਂ ਇੱਕ ਪਾਸੇ ਜਿੰਦ ਜਾਨ ਲਾ ਕੇ ਹਰ ਤਰ੍ਹਾਂ ਦੀ ਕੜੀ ਅਪਣਾ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨੂੰ, ਤੇ ਦੂਜੇ ਪਾਸੇ ਇਹ ਜਿਹੜੀ ਆਪਣੇ ਤੌਰ ਦੇ ਉੱਤੇ ਬਣਾਇਆ ਗਿਆ ਜ਼ਹਿਰ, ਜਿਹੜਾ ਇਹ ਜ਼ਹਿਰ ਵੇਚਦੇ ਨੇ, ਤੇ ਜਿਹੜੇ ਸਾਡੇ ਸੀਐਮ ਸਾਹਿਬ ਜਦੋਂ ਸਰਕਾਰ ਬਣੀ ਤੇ ਉਸ ਤੋਂ ਬਾਅਦ ਉਹਨਾਂ ਨੇ ਓਟ ਸੈਂਟਰਸ ਬਣਾਏ, ਰੀਹੈਬਿਲਿਟੇਸ਼ਨ ਸੈਂਟਰਸ ਬਣਾਏ, ਤਾਂ ਕਿ ਜਿਹੜਾ ਇਹ ਦਲਦਲ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਭਰਾ ਫਸੇ ਸੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੱਢਿਆ ਜਾਵੇ। ਤੇ ਅਸੀਂ ਉਸ ਚੀਜ਼ ਦੇ ਬੜੇ ਵੱਡੇ ਤਹਿ ਦਿਲੋਂ ਧੰਨਵਾਦ ਤੇ ਕਰਦੇ ਹਾਂ। ਤੇ ਨਾਲ ਦੂਜੇ ਪਾਸੇ ਮੈਂ ਹੋਰ ਗੱਲ ਕਰਨੀ ਚਾਹੂੰਗਾ ਕਿ ਜਿਹੜੇ ਅਕਾਲੀ ਦਲ ਦੇ ਜਿਹੜੇ ਅਹੁਦੇਦਾਰ ਆ, ਗੁਰਿੰਦਰ ਟੋਨੀ, ਉਹਨਾਂ ਦੀਆਂ ਤੇ ਆ ਫੋਟੋਆਂ ਵੀ ਆਈਆਂ ਨੇ, ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਤੇ ਹੋਰ ਵੀ ਬੜੇ ਜਿਹੜੇ ਜ਼ਿੰਮੇਵਾਰ ਅਕਾਲੀ ਦਲ ਦੇ ਬੰਦੇ, ਉਹਨਾਂ ਨੇ ਜ਼ੋਰ ਲਾਇਆ ਕਿ ਕਿਸੇ ਨਾ ਕਿਸੇ ਤਰੀਕੇ ਇਸ ਨੂੰ ਬਚਾਇਆ ਜਾਵੇ, ਕਿਉਂਕਿ ਇਹਨਾਂ ਨੂੰ ਆਦਤਾਂ ਪਈਆਂ ਨੇ। ਜਦੋਂ ਪਹਿਲਾਂ ਸਰਕਾਰ ਸੀ ਅਕਾਲੀ ਦਲ ਦੀ, ਤੇ ਇਹਨਾਂ ਨੇ ਕੀ ਕਰਨਾ, ਕੋਈ ਨਸ਼ੇ ਵਾਲਾ ਫੜਿਆ ਜਾਣਾ ਤੇ ਆਪ ਆ ਕੇ ਜਾਂ ਫੋਨ ਕਰਕੇ ਉਹਨੂੰ ਛੁਡਾ ਲੈਣਾ। ਤੇ ਆਹ ਦੇਖੋ ਜੀ, ਆਹ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ, ਉਹਨਾਂ ਦੀਆਂ ਫੋਟੋਆਂ ਨੇ ਜਦੋਂ ਰੇਡ ਹੋਇਆ STF ਦਾ। ਸੋ ਇਹ ਸਰਕਾਰ ਕਾਂਗਰਸ ਦੀ ਸੀ, ਇੰਨੀ ਸਖਤ ਤਾੜਨਾ ਮੌਤ ਤੋਂ, ਕਿ ਤਾਂ ਕਰਕੇ ਇਹਨਾਂ ਦੀ ਉੱਥੇ ਪੇਸ਼ ਨਹੀਂ ਚੱਲੀ। ਪਰ ਇਹ ਆਪਣੀਆਂ ਕੁਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ, ਪਰ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਹੁਣ ਉਹ ਗੱਲਾਂ ਨਹੀਂ ਰਹੀਆਂ। ਹੁਣ ਸਾਡੇ ਸੀਐਮ ਸਾਹਿਬ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਮੇਨ ਜਿਹੜਾ ਕਨਸੈਂਟਰੇਟ ਕਰ ਰਹੇ ਆ ਕਿ ਕਿਵੇਂ ਜਿਵੇਂ ਨੌਜਵਾਨਾਂ ਨੂੰ ਉਸ ਦਲਦਲ ਦੇ ਵਿੱਚੋਂ ਕੱਢਿਆ ਤੇ ਗਿਆ ਵਾ। ਰੀਹੈਬਿਲਿਟੇਸ਼ਨ ਸੈਂਟਰਸ ਦੇ ਵਿੱਚ ਤੁਹਾਨੂੰ ਵੀ ਪਤਾ ਕਿੰਨੀ ਗਿਣਤੀ ਵਧੀ ਆ, ਜੇਕਰ ਵਧੀਆ ਤਾਂ ਕਿ ਉਹਨਾਂ ਨੂੰ ਚੰਗੀ ਸੇਧ ਦੇਣ ਦੇ ਲਈ ਇਸ ਤੋਂ ਬਾਅਦ ਨਾਲ ਉਹਨਾਂ ਦੀਆਂ ਨੌਕਰੀਆਂ ਦਾ ਪ੍ਰਬੰਧ ਬੜਾ ਕੁਝ ਕਰਨ ਵਾਲਾ, ਤਾਂ ਕਿ ਪੰਜਾਬ ਨੂੰ ਮੁੜ ਕੇ ਫਿਰ ਚੰਗੇ ਪਾਸੇ ਚੰਗੀ ਲੀਹ ਤੇ ਲਾਇਆ ਜਾਵੇ। ਜਿਹੜਾ ਇਹਨਾਂ ਨੇ ਇੱਕ ਵਾਰੀ ਜਿਹੜਾ ਸੋਨੇ ਦੀ ਚਿੜੀ ਕਹਿਣ ਵਾਲਾ ਪੰਜਾਬ, ਉਹਦਾ ਬੇੜਾ ਗਰਕ ਕਰਤਾ ਸੀ। ਸੋ ਇਹ ਸਨ ਹਰਮਨ ਸੇਖੋ, ਜਿਨ੍ਹਾਂ ਨੇ ਕਿ ਅੱਜ ਪ੍ਰੈਸ ਕਾਨਫਰੰਸ ਵਿੱਚ ਘਰ ਆਣ ਕੇ ਜੋ ਆਪਣਾ ਦੱਸਿਆ। ਤਾਂ ਉਸ ਦੇ ਨਾਲ ਜਿਸ ਤਰ੍ਹਾਂ ਕਿ ਗੁਰਜਿੰਦਰ ਕੌਰ ਉਰਫ ਗੋਪੀ ਨੂੰ ਪੁਲਿਸ ਨੇ ਨੌਕਰੀਆਂ ਬਰਖਾਸਤ ਕੀਤਾ, ਤੇ ਉਸ ਦੇ ਨਾਲ ਜੋ ਚਾਨਣ ਸਿੰਘ ਜਿਹੜੇ ਕਿ ASI ਸੀ, ਉਹਨਾਂ ਦੇ ਨਾਲ ਜੋ ਕਿ ਹਮੇਸ਼ਾ ਗੱਡੀ ਚਲਾ ਕੇ ਆਉਂਦੇ ਸੀ ਜਾਂਦੇ ਸੀ, ਇਹਨਾਂ ਦੀ ਮੰਗ ਹੈ ਕਿ ਜਿਹੜਾ ਉਹਨਾਂ ਉੱਤੇ ਵੀ ਕਾਰਵਾਈ ਜਿਹੜੀ ਆ ਉਹ ਹੋਣੀ ਬਣਦੀ ਹੈ। ਉਹਦੇ ਨਾਲ ਜਿਹੜੀ ਪ੍ਰਾਪਰਟੀ ਹੈ, ਜੋ ਪੰਜਾਬ ਸਰਕਾਰ ਜਦੋਂ ਨਸ਼ਿਆਂ ਪ੍ਰਤੀ ਵੱਡੇ ਕਿਸੇ ਸਮਗਲਰ ਨੂੰ ਜਾਂ ਫੜਦੀ ਹੈ ਤਾਂ ਉਸ ਦੀ ਪ੍ਰਾਪਰਟੀ ਨੂੰ ਵੀ ਜਿਹੜਾ ਰਿਕੁਆਇਰ ਕਰ ਦਿੰਦੀ ਹੈ ਕਿ ਉਹਨਾਂ ਨੂੰ ਵੀ ਕਾਬੂ 'ਚ ਕਰ ਦਿੱਤਾ ਜਾਂਦਾ ਹੈ। ਉਹਦੇ ਨਾਲ ਮੰਗ ਕੀਤੀ ਜਾ ਰਹੀ ਹੈ ਕਿ ਅਜੇ ਵੀ ਜਿਹੜੀ ਇਨਵੈਸਟੀਗੇਸ਼ਨ ਹੈ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ, ਤੇ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਸ਼ਾਮਲ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਫੜਿਆ ਜਾਵੇ, ਤਾਂ ਕਿ ਜੋ ਵੇਖਣ ਨੂੰ ਮਿਲਿਆ ਕਿ ਨਸ਼ਿਆਂ ਦੇ ਨਾਲ ਨੌਜਵਾਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਵੇਖਲ ਕੇ ਮੌਤਾਂ ਹੋਈਆਂ, ਬੁਰੇ ਹਾਲਾਤ ਬਣ ਗਏ, ਹਾਹਾਕਾਰ ਮੱਚੀ। ਹਰ ਇੱਕ ਪਾਰਟੀ ਦੀ ਇਹੋ ਹੀ ਡਿਮਾਂਡ ਸੀ ਕਿ ਨਸ਼ਾ ਜਿਹੜਾ ਵਾ ਉਹ ਬਿਲਕੁਲ ਕਿਤੇ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਨਸ਼ਿਆਂ ਦੇ ਨਾਲ ਨੌਜਵਾਨਾਂ ਦੀ ਜ਼ਿੰਦਗੀਆਂ ਜਿਹੜੀਆਂ ਤਬਾਹ ਹੋ ਰਹੀਆਂ ਨੇ। ਹੁਣ ਦੇਖਣਾ ਹੋਏਗਾ ਕਿ ਜਿੱਥੇ ਕਿ ਉਹਨਾਂ ਦੀ ਲੜਕੀ ਨੂੰ ਨੌਕਰੀਆਂ ਬਰਖਾਸਤ ਕੀਤਾ ਗਿਆ, ਤੇ ਬਾਕੀ ਹੋਰ
ਕੀ ਇਸ ਦੇ ਤੱਤ ਨਿਕਲ ਕੇ ਸਾਹਮਣੇ ਆਉਂਦੇ, ਇਹ ਵੀ ਦੇਖਣਾ ਬਾਕੀ ਹੋਵੇਗਾ। ਵਿਜੇ ਕੁਮਾਰ D5 ਚੈਨਲ ਪੰਜਾਬੀ, ਵਿਧਾਨ ਸਭਾ ਹਲਕਾ ਪੱਟੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।